ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਰੂਪ ਨ ਰੇਖ ਨ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁਪਰਸੰਨ। ਪਰਮਾਤਮਾ ਦਾ ਕੋਈ ਰੂਪ ਨਹੀਂ ਹੈ, ਕੋਈ ਰੇਖਾ ਨਹੀਂ ਹੈ, ਕੋਈ ਬਾਉਂਡਰੀ ਨਹੀਂ ਹੈ, ਕੋਈ ਰੰਗ ਨਹੀਂ। ਇਹ ਤ੍ਰੈਹਾਂ ਗੁਣਾਂ ਤੋਂ ਪ੍ਰਭੂ ਜਿਹੜਾ ਹੈ ਭਿੰਨ ਹੈ, ਅਲੱਗ ਹੈ, ਹਟਕੇ। ਨਾ ਛੋਟੇ ਤੋਂ ਛੋਟੇ ਵਿੱਚ ਹੈ ਕਿ ਉਹਦੀ ਕੋਈ ਬਾਉਂਡਰੀ ਹੈ, ਨਾ ਵੱਡੇ ਤੋਂ ਵੱਡੇ ਵਿੱਚ। ਸਭ ਚੀਜ਼ਾਂ ਉਸ ਦੀਆਂ ਬਣਾਈਆਂ ਹੋਈਆਂ ਨੇ। ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁਪਰਸੰਨ। ਇਹ ਉਸ ਨੂੰ ਸਮਝ ਆ ਜਾਂਦਾ ਹੈ ਪਰਮਾਤਮਾ ਦਾ ਐਗਜ਼ਿਸਟੈਂਸ, ਜਿਸ ਦੇ ਉੱਪਰ ਉਹ ਆਪ ਖੁਸ਼ ਹੁੰਦਾ। ਅਸ਼ਟਪਦੀ। ਅਬਨਾਸੀ ਪ੍ਰਭ ਮਨ ਮੈਂ ਰਾਖ। ਜਿਹੜਾ ਅਬਨਾਸੀ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਸ ਨੂੰ ਮਨ ਵਿੱਚ ਰੱਖ। ਮਾਨੁਖ ਕੀ ਤੂੰ ਪ੍ਰੀਤ ਤਿਆਗ। ਇਹ ਜਿਹੜੀ ਪ੍ਰੀਤੀ ਹੈ ਮਨ ਦੀ, ਮਾਨੁਖ ਮਤਲਬ ਮਨ ਦੇ ਨਾਲ ਜਿਹੜਾ ਪ੍ਰਤੀਤ ਰੱਖਦਾ ਹੈ ਬੰਦਾ, ਮਨਮਤ ਜਿਹੜੀ ਰੱਖਦਾ ਹੈ, ਮਨ ਨੂੰ ਜਿਹੜਾ ਮੁੱਖ ਰੱਖਦਾ ਹੈ, ਮਾਨਕ, ਉਹ ਵਾਲੀ ਪ੍ਰਤੀਤ ਜਿਹੜੀ ਹੈ ਨਾ, ਉਹ ਤਿਆਗ ਦੇ। ਤਿਸ ਤੇ ਪਰੇ ਨਾਹੀਂ ਕਿਛ ਕੋਏ। ਉਸ ਦੇ ਨਾਲ ਕੁਛ ਹੋਣ ਵਾਲਾ ਨਹੀਂ ਹੈ। ਸਰਵ ਨਿਰੰਤਰ ਏਕੋ ਸੋਏ। ਉਹ ਜਿਹੜਾ ਸਰਵਤਰ ਫੈਲਿਆ ਹੋਇਆ ਹਰ ਜਗ੍ਹਾ ਹੈ, ਔਰ ਇੱਕ ਹੀ ਹੈ। ਉਹਦਾ ਫੈਲਾਓ ਅਨੇਕ ਰੂਪਾਂ ਵਿੱਚ ਹੈ। ਆਪੇ ਬੀਨਾ ਆਪੇ ਦਾਨਾ। ਆਪ ਹੀ ਉਹ ਇੱਕ ਪਾਸੇ ਚੱਲਦਾ ਹੈ, ਬੀਨਾ ਆਪੇ ਦਾਨਾ। ਜਿਸ ਤਰ੍ਹਾਂ ਆਪਾਂ ਕੱਪੜਾ ਵੇਖਦੇ ਹਾਂ, ਇਸ ਪਾਸੇ ਵੀ ਚੱਲਦਾ, ਫਿਰ ਉਹਦੇ 90 ਡਿਗਰੀ 'ਤੇ ਵੀ ਉਹਦੇ ਧਾਗੇ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ। ਇੱਕ ਨੂੰ ਬੀਨਾ ਆਖਦੇ ਨੇ, ਇੱਕ ਨੂੰ ਦਾਨਾ ਆਖਦੇ ਨੇ। ਇਸ ਪ੍ਰਕਾਰ ਦੋਵੇਂ ਪਾਸੇ ਤਾਂ ਜਿਹੜੀ ਚਾਦਰ ਬਣਦੀ ਹੈ। ਗਹਰ ਗੰਭੀਰ ਗਹੀਰ ਸੁਜਾਨਾ। ਉਹ ਜਿਹੜਾ ਹੈ ਗਹਿਰ ਹੈ, ਗੰਭੀਰ ਹੈ, ਔਰ ਹਰ ਜਗ੍ਹਾ ਸ਼ੁਭਾਇਮਾਨ ਹੈਗਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ। ਪਾਰ ਬ੍ਰਹਮ ਹੈਗਾ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਉਸ ਨੂੰ ਪਰਮੇਸ਼ਵਰ ਵੀ ਆਖਦੇ ਨੇ, ਔਰ ਗੋਬਿੰਦ ਨਾਮ ਵੀ ਉਸ ਦਾ ਪੁਕਾਰਿਆ ਜਾਂਦਾ। ਕਿਰਪਾ ਨਿਧਾਨ ਦਇਆਲ ਬਖਸ਼ੰਦ। ਉਹ ਕਿਰਪਾ ਕਰਨ ਵਾਲਾ ਹੈ, ਉਹ ਦਇਆ ਕਰਨ ਵਾਲਾ ਹੈ, ਬਖਸ਼ਾਂ ਦੇਣ ਵਾਲਾ ਹੈ। ਸਾਧ ਤੇਰੇ ਕੀ ਚਰਨੀ ਪਾਓ। ਸਾਧਾਂ ਦੀ ਜਿਹੜੀ ਚਰਨੀ ਇਹਦੀ ਮਨੁੱਖ ਪੈ ਜਾਂਦਾ ਹੈ, ਮਨਮੁਖੀ, ਜਿਹੜਾ ਮਨ ਨੂੰ ਮੁੱਖ ਰੱਖਦਾ ਹੈ, ਐਸਾ ਵਿਅਕਤੀ ਸਾਧ ਦੀ ਚਰਨ ਪਾ ਕੇ ਉਸ ਦਾ ਨਾਮ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਨਕ ਕੇ ਮਨ ਇਹ ਅਨਰਾਓ। ਨਾਨਕ ਕਹਿੰਦੇ ਨੇ ਮਨ ਵਿੱਚ ਜਿਹੜਾ ਨਾ, ਫਿਰ ਚਾਉ ਫੁੱਟਣੇ ਸ਼ੁਰੂ ਹੋ ਜਾਂਦੇ ਨੇ। ਮਨਸਾ ਪੂਰਨ ਸਰਨਾ ਜੋ। ਜੇ ਸ਼ਰਨ ਵਿੱਚ ਚਲੇ ਜਾਏਗਾ ਸਾਧੂ ਦੀ, ਅਤੇ ਜਿਹੜੀ ਮਨਸਾ ਹੈ ਪ੍ਰਾਪਤ ਕਰਨ ਲਈ ਪ੍ਰਭੂ ਨੂੰ, ਉਹ ਜਿਹੜੀ ਹੈ ਨਾ ਪੂਰਨ ਜੋਗ ਹੋ ਜਾਏਗੀ। ਜੋ ਕਰ ਪਾਇਆ ਸੋਈ ਹੋ। ਜੋ ਤੂੰ ਸਾਧੂ ਤੋਂ ਪ੍ਰਾਪਤ ਕਰ ਲਿਆ ਹੈ ਜਾਂ ਤੇਰੇ ਮਨ ਵਿੱਚ ਹੈ, ਉਹ ਫਿਰ ਹੋ ਜਾਏਗਾ। ਚਰਨ ਭਰਨ ਹਰਨ ਭਰਨ ਜਾਕਾ ਨੇਤਰ ਫੋਰ। ਜਿਹੜਾ ਹਰਾ ਭਰਾ ਤੂੰ ਚਾਹੁੰਦਾ ਹੈ, ਉਹ ਫਿਰ ਜਿਹੜਾ ਹੈ ਤੈਨੂੰ ਪ੍ਰਾਪਤ ਹੋ ਜਾਏਗਾ। ਲੇਕਿਨ ਅੰਦਰਲਾ ਜਿਹੜਾ ਦੂਸਰਾ ਨੇਤਰ ਹੈ, ਨਜ਼ਰੀਆ ਹੈ, ਉਸ ਨੂੰ ਫੋੜ ਦੇ। ਪੁਰਾਣੇ ਨਜ਼ਰੀਏ ਨੂੰ ਤੋੜ ਦੇ। ਨਇਆ ਜਿਹੜਾ ਨਜ਼ਰੀਆ ਹੈ, ਉਸ ਨੂੰ ਜਮਾਉਣਾ ਸ਼ੁਰੂ ਕਰ। ਤਿਸਕਾ ਮੰਤਰ ਨਾ ਜਾਣੇ ਹੋਰ। ਇੱਕੋ ਮੰਤਰ ਹੈ, ਹੋਰ ਕੋਈ ਨਹੀਂ ਜਾਣਦਾ, ਲੇਕਿਨ ਗੁਰੂ ਦੀ ਕਿਰਪਾ ਨਾਲ ਤੈਨੂੰ ਸਮਝਾ ਦਿੱਤਾ ਹੈ। ਨਾਮ ਜਪ। ਆਨੰਦ ਰੂਪ ਮੰਗਲ ਸਦ ਜਾ ਕੇ। ਅਨੇਕਾਂ ਰੂਪ ਹੈਗੇ ਨੇ, ਔਰ ਸਭੀ ਸੁਖਦਾਈ ਰੂਪ ਹੈਗੇ ਨੇ। ਸਰਬ ਥੋਕ ਸੁਨੀਏ ਘਰ ਤਾਕੇ।
ਇਹ ਤੈਨੂੰ ਤਾਂ ਸਮਝ ਆਏਗਾ, ਸੁਣਾਈ ਪੈਣਗਾ ਜਦ ਤੂੰ ਅੰਦਰ ਜਿਹੜਾ ਘਰ ਹੈਗਾ ਅਰਥਾਤ ਦਸਮ ਦੁਆਰ ਹੈ, ਉੱਥੇ ਤੈਨੂੰ ਪਹੁੰਚਣ ਤੋਂ ਬਾਅਦ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ। ਰਾਜ ਮਹਿਰਾਜ ਜੋਗ ਮਹਿ ਜੋਗੀ, ਰਾਜਾ ਵੀ ਜਿਹੜਾ ਹੈਗਾ ਉਹ ਸਾਰੀ ਜਿਹੜੀ ਅੰਦਰ ਦੇ ਰਾਜੇ ਦੀ ਗੱਲ ਦੱਸੀ ਜਾ ਰਹੀ ਹੈ। ਬਾਹਰਲੇ ਰਾਜੇ ਨਾਲ ਕੋਈ ਮਤਲਬ ਨਹੀਂ ਕਿ ਬਾਹਰ ਦੁਨਿਆਵੀ ਰਾਜੇ, ਅੰਦਰ ਜਿਹੜਾ ਰਾਜ ਚੱਲ ਰਿਹਾ ਉਹ ਪਰਮਾਤਮਾ ਦਾ ਰਾਜ ਹੈ। ਜੋਗੀ ਵੀ ਉਹੀ ਹੈ, ਉਹ ਜੋਗਾਂ ਦਾ ਜੋਗ ਵਿੱਚ ਮਾਹਿਰ ਹੈ, ਰਾਜਾਵਾਂ ਦਾ ਰਾਜਾਵਾਂ ਵਿੱਚ ਰਾਜਾ ਹੈ। ਤਪ ਮੈਂ ਤਪੀਸਰ, ਜਿਹੜੇ ਤਪ ਕਰ ਰਹੇ ਨੇ ਉਹ ਤਪੀਸਰ ਵੀ ਉਹੀ ਹੈ, ਅਰਥਾਤ ਉਹੀ ਕਰਾਂਦਾ ਹੈ। ਗ੍ਰਸਤ ਮੈਂ ਭੋਗੀ, ਲੇਕਿਨ ਅਸੀਂ ਜਿਸ ਤਰ੍ਹਾਂ ਗ੍ਰਸਤ ਹਾਂ, ਗ੍ਰਹਿ ਵਿੱਚ ਹਾਂ, ਮਤਲਬ ਬਾਲ ਬੱਚੇ ਪੈਦਾ ਕਰਦੇ ਹਾਂ, ਸ਼ਾਦੀ ਵਿਆਹ ਕਰਦੇ ਹਾਂ, ਅਸੀਂ ਲੋਕ ਗ੍ਰਹਸਥ ਹਾਂ। ਗ੍ਰਹਸਥ ਮੈਂ ਭੋਗੀ। ਹੁਣ ਗੁਰੂ ਸਾਹਿਬ ਕੀ ਕਰੈਕਟਰਿਸਟਿਕਸ ਦੱਸ ਰਹੇ ਨੇ ਗ੍ਰਹਸਥ ਦੇ, ਕਿ ਗ੍ਰਹਸਥ ਬੰਦਾ ਜਿਹੜਾ ਨਾ ਭੋਗੀ ਰਹਿੰਦਾ, ਕਾਇ ਦਾ ਭੋਗ ਕਰਦਾ ਹੈ। ਉਹ ਨਾਨਾ ਪ੍ਰਕਾਰ ਦੇ ਵਿਅੰਜਨ ਖਾਏਗਾ, ਪ੍ਰੋਪਰਟੀਆਂ ਬਣਾਏਗਾ, ਕਾਰ 'ਤੇ ਟੁਰੇਗਾ। ਲੇਕਿਨ ਜੋਗੀ ਵਿਅਕਤੀ ਜੰਗਲ ਵਿੱਚ ਆਪਣਾ ਜੋਗ ਵਿੱਚ ਹੀ ਵਿਚਰਨ ਕਰਦਾ ਰਹਿੰਦਾ, ਇੱਕ ਜਗ੍ਹਾ ਬੈਠਾ ਰਹਿੰਦਾ, ਉਸੇ ਨਾਲ ਜੁੜਿਆ ਰਹਿੰਦਾ। ਤਪੀ ਜਿਹੜਾ ਉਹ ਤਪ ਹੀ ਕਰੀ ਜਾ ਰਿਹਾ ਕਰੀ। ਲੇਕਿਨ ਜਿਹੜਾ ਭੋਗੀ ਹੈ, ਗ੍ਰਹਸਥ ਹੈ, ਉਹ ਜਿਹੜਾ ਨਾਨਾ ਪ੍ਰਕਾਰ ਦੇ ਵਿਅੰਜਨ ਖਾਂਦਾ ਹੈ, ਨਾਨਾ ਪ੍ਰਕਾਰ ਦੇ ਸੁੱਖ ਭੋਗਦਾ ਹੈ। ਧਿਆਏ ਧਿਆਏ ਭਗਤਾਂ ਸੁਖ ਪਾਇਆ, ਯਾਦ ਕਰ ਕਰਕੇ, ਚੇਤੇ ਕਰ ਕਰਕੇ ਜਿਹੜੇ ਭਗਤ ਜਨ ਹੈਗੇ ਨੇ। ਹੁਣ ਗ੍ਰਹਸਥਾਂ ਦਾ ਮਾਰਗ ਜਿਹੜਾ ਰਹਿੰਦਾ ਹੈ ਉਹ ਭਗਤੀ ਵਾਲਾ ਰਹਿੰਦਾ। ਜਿਸ ਤਰ੍ਹਾਂ ਕਬੀਰਦਾਸ ਜੀ ਜੁਲਾਹੇ ਸਨ, ਚਾਦਰ ਵਗੈਰਾ ਬਣਾਉਂਦੇ ਸਨ, ਲੇਕਿਨ ਨਾਲ ਨਾਲ ਪਰਮਾਤਮਾ ਨੂੰ ਯਾਦ ਕਰਦੇ ਸਨ। ਉਹ ਭਗਤ ਕਹਿਲਾਉਂਦੇ ਨੇ, ਨਾ ਉਹ ਜੋਗੀ, ਨਾ ਉਹ ਤਪੀਸਰ, ਨਾ ਕੁਛ ਹੋਰ। ਐਸੇ ਵਿਅਕਤੀ ਨੂੰ ਭਗਤ ਆਖਦੇ ਨੇ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਅਰਥਾਤ ਜਿਹੜਾ ਭੋਗੀ ਰਹਿੰਦਾ, ਗ੍ਰਸਤ ਰਹਿੰਦਾ ਹੈ, ਉਹ ਭਗਤ ਬਣ ਸਕਦਾ ਹੈ, ਬਣਦਾ ਹੈ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਹੁਣ ਜਿਹੜਾ ਹੈ, ਜਿਸ ਤਰ੍ਹਾਂ ਕਬੀਰਦਾਸ ਜੀ ਹੋਏ, ਗੁਰੂ ਨਾਨਕ ਦੇਵ ਜੀ ਹੋਏ, ਕੋਈ ਇਸ ਵਿਅਕਤੀਆਂ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਹੈ। ਪਰਮਾਤਮਾ ਬੇਅੰਤ ਹੈਗਾ। ਹਾਂ, ਜਿਹੜੇ ਇਸ ਭਗਤ ਦੇ ਰਾਸਤੇ 'ਤੇ ਚੱਲਦੇ ਨੇ ਉਹਨਾਂ ਨੂੰ ਗਿਆਨ ਬਹੁਤ ਹੋ ਜਾਂਦਾ ਹੈ, ਉਹ ਸਮਰੱਥਾ ਪ੍ਰਾਪਤ ਹੋ ਜਾਂਦੇ ਨੇ, ਲੇਕਿਨ ਉਹ ਵੀ ਸਦਾ ਸਰੀਰ ਲੈ ਕੇ ਇੱਥੇ ਨਹੀਂ ਰਹਿੰਦੇ ਨੇ। ਉਹਨਾਂ ਦਾ ਸਰੀਰ ਵੀ ਨਾਸ਼ਵਾਨ ਰਹਿੰਦਾ। ਲੇਕਿਨ ਸਾਡੇ ਜੇ ਮਨੁੱਖਾਂ ਨੂੰ ਪਰਮਾਤਮਾ ਦਾ ਰਾਸਤਾ ਦਿਖਾ ਕੇ ਉਹਨਾਂ ਦੀ ਡਿਊਟੀ ਪੂਰੀ ਹੋ ਜਾਂਦੀ ਹੈ। ਉਹ ਡਿਊਟੀ ਪੂਰੀ ਕਰਕੇ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਬੈਠੇ ਰਹਿੰਦੇ ਨੇ। ਜਾ ਕੀ ਲੀਲਾ ਕੀ ਮਿਤ ਨਾ ਹੈ, ਉਸ ਪਰਮਾਤਮਾ ਦੇ ਲੀਲਾ ਦੀ ਕੋਈ ਗੱਲ ਆਖੀ ਨਹੀਂ ਜਾ ਸਕਦੀ। ਉਸ ਦੀ ਲੀਲਾ ਅਪਾਰ ਹੈ। ਜਦ ਗੁਰੂ ਨਾਨਕ ਦੇਵ ਜੀ ਆਏ, ਇੱਕ ਲੀਲਾ ਰਚੀ ਗਈ ਔਰ ਉਹਨਾਂ ਨੇ ਸਾਰਾ ਖੇਲ ਕੀਤਾ। ਕਬੀਰਦਾਸ ਜੀ ਆਏ, ਰਵਿਦਾਸ ਜੀ ਆਏ, ਅਨੇਕਾਂ ਇਸ ਪ੍ਰਕਾਰ ਦੇ ਭਗਤ ਆਏ, ਰਿਸ਼ੀ ਆਏ, ਮੁਨੀ ਆਏ, ਉਹਨਾਂ ਨੇ ਆਪਣੀ ਡਿਊਟੀ ਬਜਾਈ ਔਰ ਚਲੇ ਗਏ। ਸਗਲ ਦੇਵ ਹਾਰੇ ਅਬ ਗਾਹੇ, ਸਾਰੇ ਦੇਵਤੇ ਜਿਹੜੇ ਨੇ ਔਰ ਹਾਰ ਗਏ ਅਬ ਗਾਹੇ, ਔਰ ਜਿਹੜਾ ਹੈ ਚਲੇ ਗਏ। ਪਿਤਾ ਕਾ ਜਨਮ ਕੀ ਜਾਣੇ ਪੂਤ, ਪਿਤਾ ਕਿਸ ਦਿਨ ਪੈਦਾ ਹੋਇਆ ਪੁੱਤਰ ਨਹੀਂ ਜਾਣਦਾ। ਸਗਲ ਪਰੋਈ ਆਪਣੇ ਸੂਤ, ਆਪਣੇ ਸੂਤਰ ਵਿੱਚ ਸਾਰੀ ਚੀਜ਼ਾਂ ਪਰਮਾਤਮਾ ਨੇ ਪਿਰੋ ਕੇ ਰੱਖੀ ਹੋਈਆਂ ਨੇ। ਸੁਮਤ ਗਿਆਨ ਧਿਆਨ ਜਿਸ ਦੇ, ਜਿਸ ਨੇ ਸੁਮਤ ਦਿੱਤੀ ਹੈ, ਗਿਆਨ ਦਿੱਤਾ ਹੈ, ਧਿਆਨ ਦਿੱਤਾ ਹੈ, ਉਸ ਨੂੰ ਆਪਾਂ ਨੂੰ ਚੇਤੇ ਰੱਖਣਾ। ਜਨ ਦਾਸ ਨਾਮ ਧਿਆਵੇ ਸੇ, ਉਹ ਜਿਸ ਤਰ੍ਹਾਂ ਦੇ ਵਿਅਕਤੀ ਹੈਗੇ ਨੇ ਜਿਹੜੇ ਗ੍ਰਹਸਥ ਵਿੱਚ ਇਹ ਸਭ ਨਾਮ ਵਗੈਰਾ ਯਾਦ ਕਰਦੇ ਨੇ, ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ। ਤੇ ਗੁਣ ਮੈਂ ਜਾ ਕਉ ਭਰਮਾਏ, ਜਿਹੜੇ ਲੋਕ ਤ੍ਰੈ ਗੁਣਾ ਰਜੋ ਤਮੋ ਸਤੋ ਗੁਣ ਵਿੱਚ ਹੀ ਭਰਮਾਉਂਦੇ ਰਹਿੰਦੇ ਨੇ, ਅਰਥਾਤ ਮਾਇਆ ਦੇ ਚੱਕਰਾਂ ਵਿੱਚ ਹੀ ਚੱਲਦੇ ਰਹਿੰਦੇ ਨੇ। ਜਨਮ ਮਰੇ ਫਿਰ ਆਵੇ ਜਾਏ, ਉਹ ਜਨਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਊਚ ਨੀਚ ਤਿਸਕੀ ਅਸਥਾਨ, ਕਦੀ ਉੱਚੇ ਤੇ ਕਦੀ ਹੇਠਾਂ, ਸਥਾਨ ਬਦਲਦਾ ਰਹਿੰਦਾ ਉਹਨਾਂ ਦਾ। ਜੈਸਾ ਜਨਾਵੇ ਤੈਸਾ ਨਾਨਕ ਜਾਨ,
ਜਿਸ ਤਰ੍ਹਾਂ ਉਹ ਪਰਮਾਤਮਾ ਜਨਾਉਂਦਾ ਹੈ, ਗਿਆਨ ਦਿੰਦਾ, ਉਤਨਾ ਹੀ ਉਹਦੇ ਅੰਦਰ ਗਿਆਨ ਰਹਿੰਦਾ ਹੈ ਔਰ ਉਤਨਾ ਹੀ ਉਹ ਕੈਲੀਬਰ ਵਾਲਾ ਰਹਿੰਦਾ, ਉਤਨਾ ਹੀ ਉਹ ਕਰ ਸਕਦਾ। ਨਾਨਾ ਰੂਪ ਨਾਨਾ ਜਾ ਕੇ ਰੰਗ, ਉਸ ਪਰਮਾਤਮਾ ਦੇ ਕਈ ਰੂਪ ਹਨ, ਕਈ ਰੰਗ ਹਨ। ਨਾਨਾ ਭੇਖ ਕਰੇ ਇੱਕ ਰੰਗ, ਉਹਦੇ ਭੇਖ ਵੀ ਬਹੁਤ ਸਾਰੇ ਨੇ ਔਰ ਉਹਦੇ ਰੰਗ ਵੀ ਬਹੁਤ ਸਾਰੇ ਨੇ। ਅਰਥਾਤ ਯਦੀ ਤੁਸੀਂ ਚਿੜੀਆ ਦੇਖ ਰਹੇ ਹੋ ਤਾਂ ਚਿੜੀਆ ਦੇ ਭੇਖ ਵਿੱਚ ਜਿਹੜਾ ਹੈ, ਉਸ ਰੰਗ ਵਿੱਚ, ਉਸ ਰੂਪ ਵਿੱਚ ਵੀ ਪਰਮਾਤਮਾ ਹੈ। ਜਾਂ ਕੁਝ ਹੋਰ ਵੇਖ ਰਹੇ ਹੋ, ਬਨਸਪਤੀ ਵੇਖ ਰਹੇ ਹੋ, ਉਸ ਭੇਖ ਵਿੱਚ ਵੀ ਉਹੀ ਪਰਮਾਤਮਾ ਹੈ। ਨਾਨਾ ਵਿਧ ਕੀਨੋ ਵਿਸਤਾਰ, ਅਨੇਕਾਂ ਵਿਧੀਆਂ ਨਾਲ ਉਸਨੇ ਆਪਣਾ ਵਿਸਥਾਰ ਕੀਤਾ ਹੋਇਆ। ਪ੍ਰਭ ਅਬਨਾਸੀ ਏਕੰਕਾਰ, ਪ੍ਰਭੂ ਜਿਹੜਾ ਅਬਨਾਸੀ ਹੈ ਔਰ ਉਸ ਨੂੰ ਏਕੰਕਾਰ ਆਪਾਂ ਕਹਿੰਦੇ ਨੇ, ਕਿਉਂਕਿ ਇੱਕ ਹੀ ਹੈ, ਉਹਦਾ ਪਸਾਰਾ ਬਹੁਤ ਹੈ। ਅਨੇਕ ਪਸਾਰੇ ਹੈ ਲੇਕਿਨ ਇੱਕ ਏਕੰਕਾਰ। ਨਾਨਾ ਚਲਿਤ ਕਰ ਖਿਨ ਮਾਹੇ, ਉਹ ਜਿਹੜਾ ਹੈ ਉਹਦਾ ਕਰੈਕਟਰ ਜਿਹੜਾ ਹੈ ਚੱਲਦਾ ਰਹਿੰਦਾ ਹੈ, ਨਾਨਾ ਪ੍ਰਕਾਰ ਨਾਲ ਚੱਲਦਾ ਹੈ ਔਰ ਖਿਨਮय ਜਿਹੜਾ ਹੈ, ਇੱਕ ਇੱਕ ਪਲ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਪੂਰ ਰਹਿਓ ਪੂਰਨ ਸਭ ਠਾਹੇ, ਹਰ ਜਗ੍ਹਾ ਜਿਹੜਾ ਹੈ ਉਹ ਪੂਰਨ ਹੈ, ਉਹ ਪੂਰਨ ਹੀ ਰਹਿੰਦਾ ਹੈ। ਇੱਕ ਚਿੜੀਆ ਹੈ ਤਾਂ ਵੀ ਉਹ ਪੂਰਨ ਹੈ, ਇੱਕ ਕੀੜੀ ਹੈ ਉਹ ਵੀ ਪੂਰਨ ਹੈ। ਚਲਦੀ ਫਿਰਦੀ, ਵੇਖਦੀ, ਜਾਗਦੀ, ਉੱਠਦੀ, ਬੈਠਦੀ, ਖਾਂਦੀ ਪੀਂਦੀ, ਪੂਰਨਤਾ ਹੈ। ਨਾਨਾ ਵਿਧ ਕਰ ਬੰਤ ਬਣਾਈ, ਅਨੇਕ ਵਿਧੀਆਂ ਨਾਲ ਪਰਮਾਤਮਾ ਨੇ ਇਹ ਬਣਤ ਜਿਹੜੀ ਹੈ ਬਣਾਈ ਹੈ। ਆਪਣੀ ਕੀਮਤ ਆਪੇ ਪਾਈ ਔਰ ਆਪਣੀ ਕੀਮਤ ਉਹ ਆਪ ਹੀ ਪਾਉਂਦਾ ਹੈ। ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਿਤਨੇ ਵੀ ਘਟ ਹੈਗੇ ਨੇ, ਛੋਟੀ ਛੋਟੀ ਜਗ੍ਹਾ ਹਨ, ਜਿਤਨੇ ਵੀ ਥਾਓ ਹਨ, ਵੱਡੇ ਥਾਓ ਹਨ, ਸਭ ਉਸੇ ਦੇ ਹਨ। ਜਪ ਜਪ ਜੀਵੇ ਨਾਨਕ ਹਰ ਨਾਉ, ਨਾਨਕ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਪ ਜਪ ਕਰਨ ਨਾਲ ਹਰੀ ਦਾ ਨਾਉ ਪ੍ਰਾਪਤ ਹੋ ਜਾਂਦਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਜਿਤਨੇ ਵੀ ਜੰਤ ਹੈਗੇ ਨੇ ਉਹਨਾਂ ਨੇ ਨਾਮ ਨੂੰ ਧਾਰਨ ਕੀਤਾ ਹੋਇਆ, ਅਰਥਾਤ ਉਹ ਪਰਮਾਤਮਾ ਦੀ ਰਜ਼ਾ ਵਿੱਚ ਚੱਲਦੇ ਨੇ। ਨਾਮ ਕੇ ਧਾਰੇ ਮਤਲਬ ਉਹ ਬਾਰ ਕੋਈ ਚਿੜੀਆ ਨਾਮ ਜਪ ਨਹੀਂ ਰਹੀ ਹੈ, ਲੇਕਿਨ ਉਹਦੇ ਤੋਂ ਸਾਨੂੰ ਸਮਝ ਆਉਂਦਾ ਹੈ ਕਿ ਇਹ ਵੀ ਨਾਮ ਹੈਗਾ, ਇਹ ਨਾਮ ਜਪ ਰਹੀ, ਉਹਦਾ ਦਿਖਾ ਰਹੀ ਕਿ ਦੇਖੋ ਮੈਂ ਉਹਦੇ ਰੂਪ ਵਿੱਚ ਵਿਦਮਾਨ ਹਾਂ। ਜਿਸ ਤਰ੍ਹਾਂ ਮੋਰ ਹੈ, ਉਹ ਵੀ ਇਹ ਦਿਖਾ ਰਿਹਾ ਹੈ ਕਿ ਮੈਂ ਇਸ ਰੂਪ ਵਿੱਚ ਵੀ ਉਹਦਾ ਹਾਂ। ਇਸ ਪ੍ਰਕਾਰ ਜਿਤਨੇ ਜੀਵ ਜੰਤੂ ਜਾਂ ਜੀਵ ਜੰਤੂ ਨਹੀਂ ਵੀ ਹੈ, ਉਹ ਨਾਮ ਹੀ ਹੈਗਾ, ਉਹ ਨਾਮ ਦਿਖਾ ਰਹੇ ਨੇ। ਅਰਥਾਤ ਆਪਾਂ ਜੋ ਵੀ ਦੇਖ ਰਹੇ ਹਾਂ ਉਹ ਨਾਮ ਹੀ ਹੈ, ਪਰਮਾਤਮਾ ਦੀ ਬਣਾਈ ਹੋਈ ਹੈ। ਜੇ ਆਪਾਂ ਬੱਦਲ ਵੀ ਦੇਖ ਰਹੇ ਹਾਂ, ਨਾਮ ਹੈ। ਨਾਮ ਕੇ ਧਾਰੇ ਸਗਲੇ ਜਨ, ਸਾਰੇ ਜੰਤ ਜਿਤਨੇ ਨੇ ਉਹ ਨਾਮ ਦਾ ਪ੍ਰਗਟਾਵਾ ਕਰ ਰਹੇ ਨੇ, ਉਹਨਾਂ ਨੇ ਧਾਰਨ ਕੀਤਾ ਹੈ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਜਿਤਨੇ ਖੰਡ ਹੈਗੇ ਨੇ, ਬ੍ਰਹਮੰਡ ਹੈਗੀ, ਗਲੈਕਸੀ ਹੈਗੀ, ਸੂਰਜ ਚੰਦ ਤਾਰੇ ਨਖੱਤਰ ਹੈਗੇ ਨੇ, ਉਹ ਸਭ ਨਾਮ ਦੇ ਉਹਨਾਂ ਨੇ ਧਾਰਨ ਕੀਤਾ ਹੋਇਆ, ਅਰਥਾਤ ਉਹ ਪ੍ਰਭੂ ਦੇ ਬਣਾਏ ਹੋਏ ਚੀਜ਼ਾਂ ਹੈਗੀਆਂ ਨੇ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਵੇਦ ਪੁਰਾਣ ਵਿੱਚ ਵੀ ਇਹੀ ਦੱਸ ਰਿਹਾ ਕਿ ਨਾਮ ਜਪੋ। ਨਾਮ ਕੇ ਧਾਰੇ ਸੁਨਨ ਗਿਆਨ ਧਿਆਨ, ਗਿਆਨ ਧਿਆਨ ਜੋ ਵੀ ਚੱਲ ਰਿਹਾ, ਤੁਸੀਂ ਸੁਣ ਰਹੇ ਆ, ਮੈਂ ਬੋਲ ਰਿਹਾ, ਇਹ ਵੀ ਨਾਮ ਹੀ ਚੱਲ ਰਿਹਾ ਹੈਗਾ। ਨਾਮ ਕੇ ਧਾਰੇ ਆਗਾਸ ਪਤਾਲ, ਜਿੱਤੇ ਵੀ ਆਕਾਸ਼ ਹੈਗੇ ਨੇ ਉਹਨਾਂ ਨੇ ਵੀ ਨਾਮ ਨੂੰ ਧਾਰਨ ਕੀਤਾ, ਅਰਥਾਤ ਪ੍ਰਭੂ ਦੇ ਪ੍ਰੋਜੈਕਸ਼ਨ ਹੈਗੇ ਨੇ, ਪ੍ਰਭੂ ਦੀ ਉਹਦੇ ਵਿੱਚ ਛਟਾ ਹੈਗੀ, ਪ੍ਰਭੂ ਦੇ ਅਨੇਕਾਂ ਨਾਮ ਹੈ। ਆਕਾਸ਼ ਇਹਦੀ ਬੋਲੀਏ ਤੇ ਨਾਮ ਹੈ। ਆਕਾਸ਼ ਇੱਕ ਚੀਜ਼ ਹੈਗੀ, ਉੱਤੇ ਜਿਹੜੇ ਬਾਦਲ ਹੈਗੇ ਨੇ ਉਹ ਪਰਮਾਤਮਾ ਨੇ ਬਣਾਇਆ। ਜੋ ਵੀ ਪਰਮਾਤਮਾ ਨੇ ਬਣਾਇਆ ਹੈ ਤੇ ਉਹ ਜਿਹੜਾ ਉਸੇ ਦਾ ਇੱਕ ਕਲਾਕ੍ਰਿਤੀ ਹੈ, ਇਹਦੀ ਉਸਨੇ ਬਣਾਈ ਹੈ, ਉਹਦੀ ਕਲਾਕ੍ਰਿਤੀ ਹੈ, ਤੇ ਸਮਝੋ ਕਿ ਉਸਨੇ ਨਾਮ ਧਾਰਿਆ ਹੋਇਆ। ਜੋ ਵੀ ਆਪਾਂ ਚੀਜ਼ਾਂ ਦੇਖਦੇ ਹਾਂ ਉਹ ਨਾਮ ਹੈਗਾ, ਉਹ ਪਰਮਾਤਮਾ ਹੈਗਾ। ਪਰਮਾਤਮਾ ਦੀ ਬਣਾਈ ਹੋਈ ਵਸਤੂ ਨੂੰ ਵੀ ਨਾਮ ਹੀ ਆਖ ਰਹੇ ਨੇ ਗੁਰੂ ਸਾਹਿਬ। ਨਾਮ ਕੇ ਧਾਰੇ ਸਗਲ ਆਕਾਰ, ਜਿਤਨਾ ਵੀ ਆਕਾਰ ਹੈਗਾ, ਚਾਹੇ ਸੂਰਜ ਹੈ, ਚਾਹੇ ਚੰਦ ਹੈ, ਤਾਰੇ, ਸਾਰੇ ਜਿਹੜੀ ਚੀਜ਼ਾਂ ਨੇ ਉਹ ਨਾਮ ਹੈ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਜਿਤਨੇ ਭਵਨ ਹੈਗੇ ਨੇ, ਜਿਤਨੇ ਵੀ ਪੁਰੀਆਂ ਹੈਗੀਆਂ ਨੇ, ਆਪਣੇ ਸ਼ਹਿਰ ਹੈਗੇ ਨੇ, ਲੋਕ ਤ੍ਰਿਲੋਕਪੁਰੀ ਜਾਂ ਹੋਰ ਕਈ ਇਸ ਟਾਈਪ ਦੇ ਨਾਮਾਂ ਨਾਲ ਪ੍ਰਗਟਾਵਾ ਕਰਦੇ ਨੇ,
ਉਹ ਵੀ ਨਾਮ ਉਹਨਾਂ ਨੇ ਧਾਰਨ ਕੀਤਾ। ਨਾਮ ਕੇ ਸੰਗ ਉਧਰੇ ਸੁਨ ਸ਼ਰਵਨ। ਨਾਮ ਦੇ ਸੰਗ ਹੀ ਜਿਹੜਾ ਹੈ ਉਧਰ ਸਕਦੇ ਹਾਂ ਅਸੀਂ ਸ਼ਰਵਣਾ ਨਾਲ, ਸੁਣ ਕੇ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਜਿਹਦੀ ਕਿਰਪਾ ਹੋਏਗੀ ਤੇ ਉਹ ਆਪਣੇ ਨਾਮ ਨਾਲ ਸਾਨੂੰ ਲਾ ਲਏਗਾ। ਨਾਨਕ ਚੌਥੇ ਪਦ ਮੈਂ ਸੋਜਨਗਤ ਪਾਏ। ਫਿਰ ਜਦੀ ਚੌਥਾ ਪਦ ਅਰਥਾਤ ਰਜੋ ਤਮੋ ਸਤੋ ਗੁਣ ਤੋਂ ਜਿਹੜਾ ਬੰਦਾ ਉੱਤੇ ਚੜ ਜਾਂਦਾ, ਰਜੋ ਤਮੋ ਸਤੋ ਜਿਹੜੇ ਗੁਣ ਹੈ ਤ੍ਰੈ ਗੁਣ ਕਹਿਲਾਉਂਦੇ ਨੇ। ਇਹ ਗੁਣਾਂ ਤੋਂ ਉੱਤੇ ਚੌਥਾ ਪਦ ਕਹਿਲਾਉਂਦਾ ਹੈ। ਇਹ ਗੁਣ ਤ੍ਰੈਵੇਂ ਜਿਤਨੇ ਹੈ ਰਜੋ ਤਮੋ ਸਤੋ, ਇਹ ਮਾਇਆ ਦੇ ਕਾਰਕ ਹੈਗੇ ਨੇ। ਮਾਇਆ ਜਿਸ ਤਰ੍ਹਾਂ ਹੀ ਹਟ ਜਾਏਗੀ ਤੇ ਫਿਰ ਚੌਥਾ ਪਦ ਕਹਿਲਾਉਂਦਾ ਹੈ। ਚੌਥੇ ਪਦ ਮੇਂ ਸੋ ਜਨਗਤ ਪਾਏ। ਫਿਰ ਇਸ ਤਰ੍ਹਾਂ ਦੀ ਜਿਹੜੀ ਗਤੀ ਹੈ ਉਹ ਪ੍ਰਾਪਤ ਹੋ ਜਾਏਗੀ। ਰੂਪ ਸਤ ਜਾਕਾ ਸਤ ਅਸਥਾਨ, ਉਸ ਪਰਮਾਤਮਾ ਦਾ ਰੂਪ ਜਿਹੜਾ ਹੈ ਸਤ ਹੈ ਔਰ ਜਿਹੜਾ ਅਸਥਾਨ ਹੈ ਉਹ ਵੀ ਸਤ ਹੈਗਾ। ਪੁਰਖ ਸਤ ਕੇਵਲ ਪ੍ਰਧਾਨ, ਪੁਰਖ ਜਿਹੜਾ ਹੈ ਪਰਮਾਤਮਾ ਅਰਥਾਤ ਉਹਦਾ ਉਹੀ ਕੇਵਲ ਪ੍ਰਧਾਨ ਹੈਗਾ, ਕੋਈ ਲੀਡਰ ਹੈਗਾ, ਹੋਰ ਕੋਈ ਲੀਡਰ ਨਹੀਂ ਹੈ, ਉਹ ਪ੍ਰਧਾਨ ਹੈ। ਕਰਤੂਤ ਸਤ ਸਭ ਜਾਕੀ ਬਾਣੀ, ਉਸ ਦੀ ਜਿੱਤੀ ਵੀ ਐਕਟੀਵਿਟੀ ਹੈ, ਕਰਤੂਤਾਂ ਹੈ ਜਾਂ ਬਾਣੀ ਹੈ, ਉਹ ਸਭ ਸਤ ਹੈ। ਜੇ ਆਪਾਂ ਗੁਰਬਾਣੀ ਸੁਣ ਰਹੇ ਹਾਂ, ਉਹਦੀ ਬਾਣੀ ਦੇਖੋ, ਉਹ ਮਿੰਟ ਮਿੰਟ ਵਿੱਚ ਨਹੀਂ ਬੋਲਦਾ। ਉਹਦੀ ਬਾਣੀ ਕੀ ਹੈ? ਸਵੇਰੇ ਲਾਈਟ ਆਏਗੀ, ਸੂਰਜ ਉਗੇਗਾ, ਇਹ ਉਹਦੀ ਬਾਣੀ ਹੈ। ਬਿਨ ਬੋਲੇ ਬੋਲਦਾ ਹੈ ਉਹ, ਬਿਨਾਂ ਕਿਸੇ ਮੂੰਹ ਵਾਲੇ ਬੋਲ ਨਹੀਂ ਬੋਲਦਾ, ਕਰਕੇ ਦਿਖਾ ਦਿੰਦਾ। ਇੱਕ ਸਵੇਰਾ ਹੋ ਗਿਆ, ਫਿਰ ਰਾਤ ਹੋ ਗਈ, ਇਹ ਉਹਦੇ ਬੋਲ ਹੈਗੇ ਨੇ, ਇਹ ਉਹਦੀ ਬਾਣੀ ਹੈਗੀ। ਲੇਕਿਨ ਆਪਾਂ ਨੂੰ ਸਮਝਣਾ ਚਾਹੀਦੀ ਬਈ ਉਹ ਬਿਨਾਂ ਬੋਲੇ ਵੀ ਬਹੁਤ ਕੁਝ ਬੋਲਦਾ ਹੈ, ਉਹ ਚੱਲਦਾ ਰਹਿੰਦਾ ਖੇਡ ਹੁੰਦਾ। ਆਪਾਂ ਨੂੰ ਸਿਰਫ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਤੂੰ ਜਿਹੜਾ ਇਸ ਨੂੰ ਸਭ ਚੀਜ਼ਾਂ ਨੂੰ ਸਮਝ, ਇਸ ਬਾਣੀ ਪੜ੍ਹ ਕੇ ਸਭ ਸਮਝ। ਉਹਦੀ ਬਾਣੀ ਜਿਹੜੀ ਹੈ ਸੱਤ ਹੈਗੀ। ਹੁਣ ਸੱਤ ਕਿਸ ਤਰ੍ਹਾਂ ਬਈ 12 ਘੰਟੇ ਦਾ ਦਿਨ ਹੁੰਦਾ, 12 ਘੰਟੇ ਦੀ ਰਾਤ ਹੋਈ, ਸੱਤ ਹੈਗਾ। ਅੱਜ ਦਾ ਸੱਤ ਨਹੀਂ, ਤ੍ਰਿਕਾਲ ਸੱਤ ਹੈ। ਕਈ ਕਾਲਾਂ ਤੋਂ ਇਹ ਜਿਹੜਾ ਸੱਤ ਹੈ ਚੱਲ ਰਿਹਾ। ਹੋਰ ਵੀ ਕਈ ਇਸ ਤਰ੍ਹਾਂ ਦੀ ਗੱਲਾਂ ਹਨ ਜਿਹੜੀ ਆਪਾਂ ਨੂੰ ਸਮਝਣੀ ਚਾਹੀਦੀ ਹੈ। ਸਤਿਪੁਰਖ ਸਭ ਮਾਹਿ ਸਮਾਣੇ, ਜਿਹੜਾ ਸੱਚਾ ਪੁਰਖ ਹਰ ਜਗ੍ਹਾ ਸਮਾਇਆ ਹੋਇਆ। ਜੋ ਚੀਜ਼ ਉਸਨੇ ਬਣਾਈ ਉਹਦੇ ਵਿੱਚ ਉਹ ਸਮਾਇਆ ਹੋਇਆ। ਜੋ ਵੀ ਕ੍ਰਿਤੀ ਹੈ ਉਸਦੀ, ਉਹਦੇ ਵਿੱਚ ਕ੍ਰਿਤੀ ਵਿੱਚ ਕਰਤਾ ਹਾਜ਼ਰ ਹੈਗਾ। ਹੁਣ ਉਸਨੇ ਸਾਨੂੰ ਬਣਾਇਆ, ਸਾਡੇ ਵਿੱਚ ਵੀ ਉਹ ਹਾਜ਼ਰ ਹੈਗਾ, ਦੂਜੇ ਵਿੱਚ ਵੀ ਹਾਜ਼ਰ ਹੈਗਾ। ਝਾੜਾਂ ਪੇੜਾਂ ਚਿੜੀਆਂ ਹਰ ਜਗ੍ਹਾ ਉਹ ਹਾਜ਼ਰ ਹੈ, ਉਸਨੇ ਬਣਾਈ ਹੋਈ ਹੈ ਕ੍ਰਿਤੀ। ਸਤ ਕਰਮ ਜਾਕੀ ਰਚਨਾ ਸਤ, ਉਸਦੇ ਕਰਮ ਇੱਕਦਮ ਸੱਚੇ ਨੇ ਕਿ ਬਈ ਉਸਨੇ ਚਿੜੀਆ ਬਣਾਈ, ਸਾਨੂੰ ਬਣਾਇਆ, ਵਣਸਪਤੀ ਬਣਾਈ, ਬੱਦਲ ਬਣਾਏ, ਸੂਰਜ ਬਣਾਇਆ, ਸਾਰੀ ਚੀਜ਼ਾਂ ਸਤ ਹੈ। ਆਪਾਂ ਦੇਖ ਰਹੇ ਹਾਂ ਕਿ ਸੂਰਜ ਵੀ ਹੈ, ਚੰਦ ਵੀ ਹੈ, ਤਾਰੇ ਵੀ ਹਨ, ਹਰ ਚੀਜ਼ ਹੈ, ਸत्य ਹੈ, ਕੋਈ ਵੀ ਅਸत्य ਨਹੀਂ ਹੈ। ਝੂਠ ਮੂਠ ਦਾ ਕੋਈ ਫਿਲਮੀ ਡਰਾਮਾ ਨਹੀਂ ਹੋ ਰਿਹਾ, ਸੱਤ ਦਾ ਜਿਹੜਾ ਖੇਲ ਹੋ ਰਿਹਾ। ਔਰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਸੱਤ ਨੂੰ ਸਮਝ, ਉਸਨੇ ਕਿੰਨੀ ਵੱਡੀ ਦੁਨੀਆ ਬਣਾਈ ਹੈ। ਸਤ ਕਰਮ ਜਾ ਕੀ ਰਚਨਾ ਸਤ, ਉਹਦੇ ਕਰਮ ਸਤ ਹੈਗੇ ਨੇ, ਉਹਦੀ ਰਚਨਾ ਵੀ ਸਤ ਹੈ। ਮੂਲ ਸਤ, ਸਤ ਉਤਪਤ। ਇਸ ਤੋਂ ਕਨਕਲੂਜਨ ਕੀ ਕਿ ਉਹਦਾ ਮੂਲ ਹੀ ਸਤ ਹੈ, ਓਰੀਜਨ ਸਤ ਹੈਗਾ। ਇਹ ਸਤ ਤੋਂ ਨਿਕਲਿਆ ਸਭ ਕੁਝ, ਸੱਚਾਈ ਤੋਂ। ਸਤ ਤੇ ਉਤਪਤ, ਸਾਰੀ ਚੀਜ਼ਾਂ ਸਤ ਤੋਂ ਨਿਕਲੀ, ਉਤਪत्ति ਸਤ ਤੋਂ ਹੋਈ ਹੈਗੀ। ਸਤ ਕਰਨੀ ਨਿਰਮਲ ਨਿਰਮਲੀ, ਉਹਦੀ ਜਿੱਤੀ ਵੀ ਕਰਨੀ ਹੈਗੀ ਇੱਕਦਮ ਨਿਰਮਲ ਸਵੱਛ। ਚੰਦ ਹੈ ਸੋ ਹੈ, ਰਾਤ ਨੂੰ ਨਿਕਲੇਗਾ। ਉਹਦੇ ਸਟਾਈਲ, ਉਹਦੇ ਤਰੀਕੇ ਹੁਕਮ ਵਿੱਚ ਚੱਲਦੇ ਨੇ। ਚੰਦ ਜਿਹੜਾ ਪ੍ਰਥਵੀ ਦੇ ਚੱਕਰ ਲਗਾਉਂਦਾ, ਪ੍ਰਥਵੀ ਜਿਹੜੀ ਹੈ ਆਪਣੇ ਕਿਲ 'ਤੇ ਘੁੰਮਦੀ ਹੈ, ਨਾਲੇ ਸੂਰਜ ਦੇ। ਇਹ ਸਭ ਸੱਤ ਗੱਲਾਂ ਨੇ, ਇਹਦੇ ਵਿੱਚ ਕੋਈ ਅਸੱਤ ਨਹੀਂ ਹੈਗੀ। ਸੱਤ ਕਰਨੀ ਹੈ, ਉਸਨੇ ਸੱਤ ਕੀਤਾ ਹੈ। ਔਰ ਉਤਪਤ ਜਿਹੜੀ ਹੈ ਸੱਤ ਤੋਂ ਹੀ ਹੋਈ ਉਤਪत्ति, ਤਾਂ ਹੀ ਇਤਨੇ ਨਿਯਮ ਕਾਨੂੰਨ ਸਟ੍ਰਿਕਟ ਹੈਗੇ ਨੇ। ਔਰ ਜਿतनी ਵੀ ਕਰਨੀ ਉਹ ਨਿਰਮਲ ਹੈਗੀ ਇੱਕਦਮ। ਜਿਸੇ ਬੁਝਾਏ ਤਿਸੈ ਸਭ ਭਲੀ, ਜਿਸ ਨੂੰ ਸਮਝ ਆ ਜਾਏਗੀ ਉਸ ਨੂੰ ਸਮਝ ਆ ਜਾਏਗਾ ਬਈ ਸਭ ਕੁਝ ਕਰਨੀ ਜਿਹੜੀ ਹੈ ਨਾ ਭਲੀ ਹੈ। ਰਾਤ ਹੁੰਦਾ ਭਲੇ ਵਾਸਤੇ, ਦਿਨ ਹੁੰਦਾ ਭਲੇ ਵਾਸਤੇ, ਸਭ ਜੋ ਵੀ ਹੋ ਰਿਹਾ ਸਭ ਭਲੇ ਵਾਸਤੇ, ਬਣਾਏ ਭਲੇ ਵਾਸਤੇ। ਸਤਨਾਮ ਪ੍ਰਭ ਕਾ ਸੁਖਦਾਈ, ਉਹ ਜਿਹੜਾ ਸੱਚਾ ਨਾਮ ਹੈਗਾ ਸਤ। ਹੁਣ ਉੱਤੇ ਸਾਰੀ ਸੱਤ ਦੀ ਗੱਲਾਂ ਦੱਸੀਆਂ ਕੀ ਸੱਤ ਹੈਗਾ। ਫਿਰ ਨਾਮ ਦੱਸ ਦਿੱਤਾ ਬਈ ਸਤਨਾਮ,
ਪ੍ਰਭ ਕਾ ਸੁਖਦਾਈ। ਜੇ ਆਪਾਂ ਨਾਮ ਨੂੰ ਨਜ਼ਰੀਆ ਦੂਸਰਾ ਕਰਕੇ ਵੇਖਾਂਗੇ, ਹਰ ਚੀਜ਼ ਵਿੱਚ ਨਾਮ ਦਿਖਣ ਲੱਗੇਗਾ ਇਸ ਪੌੜੀ ਦੇ ਮੁਤਾਬਿਕ ਕਿ ਸਭ ਚੀਜ਼ ਨੇ ਨਾਮ ਧਾਰਿਆ ਹੋਇਆ ਹੈ, ਤਾਂ ਫਿਰ ਆਪ ਨੂੰ ਸੱਤ ਦੀ ਪਛਾਣ ਕਰਨੀ ਸੌਖੀ ਹੋ ਜਾਏਗੀ, ਸਮਝਣਾ ਸੌਖਾ ਹੋ ਜਾਏਗਾ। ਇਤਨੇ ਵਿਸਥਾਰ ਨਾਲ ਜਿਹੜਾ ਹੈ ਕਿਸੇ ਨੇ ਵੀ ਨਹੀਂ ਸਮਝਾਇਆ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਰਚੀ ਹੈ ਬਹੁਤ ਵਿਸਤ੍ਰਿਤ ਹੈ ਕਿ ਪ੍ਰਭੂ ਦੀ ਰਚਨਾ ਨੂੰ ਸਮਝੋ, ਕੀ ਸੱਤ ਹੈ ਔਰ ਕੀ ਅਸੱਤ ਹੈ, ਕੀ ਮਿਥਿਆ ਹੈ और की मिथ्या नहीं है। मिथ्या वाली भी पौड़ियाँ आपने पढ़ी सीखी की चीज़ मिथ्या है, और सत्य वाली भी आप पढ़ रहे हैं, समझ रहे हैं, सब कुछ सत्य है। जो मिथ्या सी वो दस दिती आप समझ चुके। विश्वास सत्य नानक गुर ते पाया। टैकनीक के थ्रू ਆਪਾਂ ਨੂੰ विश्वास आएगा कि सत बचन साधु उपदेश। साधु का की उपदेश रहता है कि वो सच बोलदा। सत तेजन जाके हृदय प्रवेश। वो जन भी सच्चे हो जाने ने जिन्हां दे हिरदे विच सत प्रवेश कर जाता है। जिन्हां दे हिरदे विच सच, इत्थे देखो हिरदे लिखिया गुरु साहब, जाके हृदय प्रवेश, मन नहीं लिखिया। मन अलग है, मन विच दो चीज़ां चलदियां ने, गलत और सही, लेकिन हृदय विच जिहड़ा है सत प्रवेश कर जाता। जाके हृदय हो गया सत प्रवेश, वो जन भी सत हो जाता। सत निरत बुझे जे कोई। सच्चा जिहड़ा परमात्मा का निरत चल रहा है, ये नाटक चल रहा है या ये नाच चल रहा है, जे कोई बुझ जावे तो वधिया। नाम जपत ताकी गत होए। नाम जिस तरह जपदा जाएगा उस तरह जिहड़ी ओदी गति भले पासे हो जाएगी। आप सत किया सब सत। वो आप सत्य है, इस करके हर चीज़ सत्य कीती हुई है। सूरज सत्य है, चंद्रमा सत्य है, पृथ्वी सत्य है, पूरा यूनिवर्स सत्य, क्योंकि वो आप सत्य। कोई झूठापना नहीं है ਇਹਦੇ ਵਿੱਚ, कोई गड़बड़ नहीं कि बोल कुछ रहे हैं, कर कुछ रहे हैं, दिखा कुछ। और साड़ी समझ ऐसी कितना समझ सकते हाँ। सत्य ਨੂੰ जो समझ जाएगा, ਜਿਹਦੇ हृदय ਵਿੱਚ प्रवेश हो जाएगा, वो सत्यदान मिल जाएगा। आप सत किया सब सत। वो आप भी सत्य है, जो कुछ कीता उसने वो भी सत्य है। आपे जाने अपनी मित गत। वो आप ही जानदा, ओदी मित गत जिहड़ी वो आप ही जानदा। जिसकी सृष्टि वो करने हार। जिसने पूरी सृष्टि बनाई है, करणहार हैगा, वो सब कुछ जानदा हैगा। अवर ना बूझ करद विचार। होर जिहड़ा है कोई बूझ नहीं सकता, समझ नहीं सकता। विचार जितना अपनी पावर है असी उतना कर सकते। करते की मित न जाने किया। करते दी की कीता, ओदी मित जिहड़ा है ना, की कीता है, अतुट कीता है, अथाह कीता है, बेअंत कीता है। आपां नूं सिर्फ इतना ही समझना है कि बेअंत कीता है, लेकिन हर जगह आपां नूं जाण दी लोड़ नहीं पेगी, ना जा सकते हैं। आपां नूं जो भी दिख रहा नाम समझो, हिरदे विच नाम जपो। हिरदे विच नाम प्रवेश हो जाने नाल सत दी प्राप्ति हो जाएगी। नानक ज्योतिष भावे सोई वरतिया। वरतारा वही हो रहा है जो प्रभु नूं भा रहा है। बिस्मन बिसम भये बिस्मात। बिस्मन बिसम भये बिस्मात। आपां जिहड़ा है ये पूरी सृष्टि जिहड़ी है विष्णु दी दसदे ने। बिस्मन ये जिहड़ा आपां है, आपां भी विष्णु दे ही बंदे हाँ। एक मतलब ये मान्यता है कि विष्णु ने सब तो पहले बनाई है सृष्टि। बिस्मन बिसम भये बिस्मात। यदि साडे मन विच ओदी सोजी बोजी हो जाएगी, एक आश्चर्यचकित गल हो जाएगी, विस्माद वाली गल हो जाएगी, सरप्राइजिंग वाली गल हो जाएगी। जिन बूझिया तिस आया स्वाद। ये विस्मादमई सत्य की जब साढ़े अंदर प्रविष्टता हो जाएगी, ਤਾਂ जिसनों समझ आ जाएगी, ਤਾਂ उसनों स्वाद भी आ जाएगा। प्रभ के रंग राच जन रहे। प्रभु दे रंग विच कई जन जेड़े ने वो रच गए ने, रची जा रहे ने। गुर के चरण गुर के बचन पदारथ लहे। गुरु दे जेड़े बचन हैं वो पदारथ जेड़े ने फिर प्राप्त होने शुरू हो जाते हैं यदि आपां गुरु दे बचन नूं मन्नांगे। ओए दाते दुख काटन हार।
ਉਹ ਜਿਹੜਾ ਦਾਤਾ ਹੈਗਾ ਦੇਣ ਵਾਲਾ, ਉਹ ਦੁੱਖਾਂ ਨੂੰ ਕੱਟ ਦਿੰਦਾ ਹੈ। ਜਾ ਕੇ ਸੰਗ ਤਰੇ ਸੰਸਾਰ, ਜਿਹਦਾ ਸੰਗ ਕਰਨ ਨਾਲ ਪੂਰਾ ਸੰਸਾਰ ਤਰ ਜਾਂਦਾ ਹੈ। ਜਨ ਕਾ ਸੇਵਕ ਸੋ ਵਡਭਾਗੀ, ਜਨ ਕਾ ਸੇਵਕ ਸੋ ਵਡਭਾਗੀ, ਜੋ ਸੇਵਾ ਕਰਦੇ ਨੇ ਜਨ, ਅਰਥਾਤ ਜਿਹੜੇ ਪੁਰਸ਼ ਸੇਵਾ ਕਰਦੇ ਨੇ ਉਹ ਸੇਵਕ ਕਹਿਲਾਉਂਦੇ ਨੇ। ਲੇਕਿਨ ਉਹ ਸੇਵਕ ਜਿਹੜੇ ਨੂੰ ਵੱਡੇ ਭਾਗਾਂ ਵਾਲੇ ਹਨ। ਜਨ ਕੇ ਸੰਗ ਏਕ ਲਿਵ ਲਾਗੀ, ਭਾਈ ਇੱਕ ਲਿਵ ਲਾ ਕੇ ਇਹਦੀ ਜਿਹੜਾ ਜਨ ਬੈਠ ਜਾਏਗਾ, ਫਿਰ ਉਸ ਨੂੰ ਕਈ ਪ੍ਰਾਪਤੀਆਂ ਹੋ ਜਾਣਗੀ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਫਿਰ ਐਸਾ ਜਿਹੜਾ ਜਨ ਹੈ, ਜਿਹੜਾ ਸੰਗ ਲੱਗਿਆ ਪਰਮਾਤਮਾ ਦੇ ਨਾਮ ਤੇ ਗੋਬਿੰਦ ਦੇ ਕੀਰਤਨ ਵਿੱਚ ਸਮਾ ਗਿਆ ਹੈ, ਗੁਰੂ ਦੀ ਕਿਰਪਾ ਨਾਲ ਉਸ ਨੂੰ ਫਲ ਦੀ ਪ੍ਰਾਪਤੀ ਹੋਏਗੀ। ਫਲ ਅਰਥਾਤ ਜਿਹੜਾ ਹੈ ਉਹ ਜਨਮ ਮਰਨ ਦੇ ਗੇੜੇ ਤੋਂ, ਦੁੱਖ ਤੋਂ ਦੂਰ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।